ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਈਜ਼ੀ ਲਰਨਿੰਗ ਪੰਜਾਬੀ ਕਲਾਸਿਸ ਵਿੱਚ ਨੀਲਮ ਰਹੇਜਾ ਵੱਲੋਂ ਤੁਹਾਡਾ ਸਵਾਗਤ ਹੈ। ਬੱਚਿਓ, ਅੱਜ ਆਪਾਂ ਇਸ ਵੀਡੀਓ ਦੇ ਵਿੱਚ ਲਾਜ਼ਮੀ ਪੰਜਾਬੀ ਪੁਸਤਕ ਦੇ ਪੰਜਾਬ ਦੇ ਲੋਕ ਨਾਚ ਦੇ ਪ੍ਰਸ਼ਨ ਉੱਤਰ ਕਰਾਂਗੇ। ਪੰਜਾਬ ਦੇ ਲੋਕ ਨਾਚ ਕਿਹੋ ਜਿਹੀ ਪ੍ਰਕਿਰਤੀ ਦੇ ਧਾਰਨੀ ਹਨ? ਪੰਜਾਬ ਵਿੱਚ ਲੋਕ ਨਾਚ ਨੱਚਣ ਦੀ ਪਰੰਪਰਾ ਦੇ ਕਿੰਨੀ ਪੁਰਾਣੀ ਹੋਣ ਦੇ ਪ੍ਰਮਾਣ ਮਿਲਦੇ ਹਨ ਅਤੇ ਪੰਜਾਬ ਦੇ ਲੋਕ ਨਾਚ ਕਿਸ ਪ੍ਰਕਾਰ ਦੀ ਕਲਾ ਹਨ? ਇਸ ਤਰ੍ਹਾਂ ਦੇ ਕੁਐਸਚਨ ਅਸੀਂ ਇਸ ਦੇ ਵਿੱਚ ਕਰਾਂਗੇ। ਇਸ ਦਾ ਪਹਿਲਾ ਪ੍ਰਸ਼ਨ ਹੈ, ਪੰਜਾਬ ਦੇ ਲੋਕ ਨਾਚਾਂ ਦੀ ਪਰੰਪਰਾ ਜਾਂ ਪ੍ਰਾਚੀਨਤਾ ਦਾ ਕਿਵੇਂ ਪਤਾ ਲੱਗਦਾ ਹੈ? ਇਹਨਾਂ ਦਾ ਵਰਗੀਕਰਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਇਸ ਦਾ ਉੱਤਰ ਹੈ, ਪੰਜਾਬ ਵਿੱਚ ਲੋਕ ਨਾਚਾਂ ਦੀ ਪ੍ਰਾਚੀਨਤਾ ਦਾ ਪਤਾ 5000 ਪੂਰਵ ਈਸਵੀ ਤੋਂ ਇਸ ਪਰੰਪਰਾ ਦੇ ਕਾਇਮ ਹੋਣ ਦੇ ਪ੍ਰਮਾਣ ਮਿਲਣ ਤੋਂ ਲੱਗਦਾ ਹੈ। ਇਹਨਾਂ ਦਾ ਵਰਗੀਕਰਨ ਦੇ ਪੱਧਰਾਂ 'ਤੇ ਦੋ ਪੱਧਰਾਂ 'ਤੇ ਕੀਤਾ ਜਾ ਸਕਦਾ ਹੈ। ਪਹਿਲਾ ਹੈ ਇਸਤਰੀਆਂ ਦੇ ਲੋਕ ਨਾਚ, ਦੂਜਾ ਹੈ ਮਰਦਾਂ ਦੇ ਲੋਕ ਨਾਚ। ਦੂਜਾ ਪ੍ਰਸ਼ਨ, ਇਸਤਰੀਆਂ ਦੇ ਮੁੱਖ ਲੋਕ ਨਾਚਾਂ ਦੇ ਨਾਂ ਲਿਖੋ। ਯਾਨੀ ਕਿ ਜਿਹੜੇ ਲੋਕ ਨਾਚ ਇਸਤਰੀਆਂ ਵੱਲੋਂ ਕੀਤੇ ਜਾਂਦੇ ਹਨ ਉਹਨਾਂ ਦੇ ਨਾਂ। ਇਸ ਦਾ ਉੱਤਰ ਆਵੇਗਾ ਗਿੱਧਾ, ਸੰਮੀ ਅਤੇ ਕਿੱਕਲੀ। ਇਸ ਤੋਂ ਇਲਾਵਾ ਹੁੱਲੇ ਹੁਲਾਰੇ, ਲੁੱਡੀ, ਧਮਾਲ, ਟਿੱਪਰੀ, ਫਹੂੜਾ, ਝੂਮਰ ਲੋਕ ਨਾਚ ਹਨ। ਗਿੱਧਾ ਕਿਹੋ ਜਿਹਾ ਨਾਚ ਹੈ? ਗਿੱਧਾ ਇੱਕ ਤਾਲੀ ਨਾਚ ਹੈ। ਨੱਚਣ ਵਾਲਿਆਂ ਤੇ ਘੇਰੇ ਵਿੱਚ ਖੜੀਆਂ ਇਸਤਰੀਆਂ ਤਾਲੀ ਮਾਰਦੀਆਂ ਹਨ ਅਤੇ ਉਸ ਦਾ ਵਹਾਓ ਲੋਕ ਗੀਤਾਂ ਵਹਾਓ ਮਤਲਬ ਅੱਗੇ ਨੂੰ ਵੱਧਦਾ ਹੈ ਅਤੇ ਮੁੱਖ ਰੂਪਾਂ ਬੋਲੀਆਂ ਅਤੇ ਟੱਪਿਆਂ ਨਾਲ ਚੱਲਦਾ ਹੈ। ਇਹਨਾਂ ਟੱਪਿਆਂ ਵਿੱਚ ਉਚਾਰੇ ਗਏ ਭਾਵਾਂ ਨੂੰ ਨਾਚ ਮੁਦਰਾਵਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ ਅਤੇ ਬੋਲੀ ਵਿੱਚ ਇੱਕ ਸੁਰਤਾ ਕਾਇਮ ਰੱਖਣ ਲਈ ਬੱਲੇ ਬੱਲੇ ਬਈ, ਸ਼ਾਵਾ ਸ਼ਾਵਾ ਆਦਿ ਸ਼ਬਦਾਂ ਨੂੰ ਲਮਕਾਵੀਂ ਮਤਲਬ ਲੰਬੀ ਆਵਾਜ਼ ਦੇ ਵਿੱਚ ਬੋਲਿਆ ਜਾਂਦਾ ਹੈ, ਸੁਰ ਦੇ ਨਾਲ ਜੋੜ ਲਿਆ ਜਾਂਦਾ ਹੈ। ਇਹ ਸਥਾਨ, ਤਾਲ ਅਤੇ ਮੁਦਰਾਵਾਂ ਦੋ ਪੱਖੇ ਸੁਤੰਤਰਤਾ ਧਾਰਨੀ ਹਨ। ਦੇਖੋ, ਗਿੱਧੇ ਦੀ ਇੱਕ ਬੋਲੀ, ਇਸ ਬੋਲੀ ਦੇ ਰਾਹੀਂ ਇਹ ਦੱਸਿਆ ਗਿਆ ਹੈ, ਵੇ ਗੁਰ ਦਿੱਤੇ ਤਿਪਾਈਆ, ਹਾਂਜੀ ਵੇ ਦੋ ਖਟੇ ਲਿਆ ਦੇ, ਹਾਂਜੀ ਵੇ ਮੇਰੇ ਪੀੜ ਕਲੇਜੇ, ਹਾਂਜੀ ਵੇ ਮੈਂ ਮਰਦੀ ਜਾਵਾਂ, ਹਾਂਜੀ ਵੇ ਤੇਰੀ ਸੜ ਜੇ, ਹਾਂਜੀ ਹਾਂਜੀ। ਅਗਲਾ ਪ੍ਰਸ਼ਨ ਹੈ, ਸੰਮੀ ਲੋਕ ਨਾਚ ਬਾਰੇ ਦੱਸੋ। ਸੰਮੀ ਲੋਕ ਨਾਚ ਜਿਹੜਾ ਹੈ ਸਾਡੇ ਪੰਜਾਬ ਦੇ ਬਾਹਰ ਦੇ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਇਸ ਦੇ ਪ੍ਰਚਲਿਤ ਹੋਣ ਬਾਰੇ ਬਹੁਤ ਸਾਰੀਆਂ ਦੰਤ ਕਥਾਵਾਂ ਪ੍ਰਚਲਿਤ ਹਨ। ਇਹ ਲੋਕ ਨਾਚ ਭਾਵੇਂ ਗਿੱਧੇ ਵਾਂਗ ਘੇਰੇ ਵਿੱਚ ਹੀ ਨੱਚਿਆ ਜਾਂਦਾ ਹੈ, ਪਰੰਤੂ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਭਿੰਨ ਹੁੰਦੀਆਂ ਹਨ। ਭਿੰਨ ਮਤਲਬ ਅਲੱਗ ਹੁੰਦੀਆਂ ਹਨ। ਇਸ ਲੋਕ ਨਾਚ ਨੂੰ ਨੱਚਦੀਆਂ ਇਸਤਰੀਆਂ ਵਿੱਚੋਂ ਕੁਝ ਖੜੀਆਂ ਹੋ ਕੇ ਉੱਪਰ ਬਾਹਾਂ ਕਰਦੀਆਂ ਹਨ ਅਤੇ ਫਿਰ ਕਿਸੇ ਪੰਛੀ ਨੂੰ ਆਵਾਜ਼ ਮਾਰਨ ਦਾ ਸੰਕੇਤ ਕਰਦਿਆਂ ਹੋਇਆਂ ਗੀਤ ਦੇ ਇਹ ਬੋਲ ਅਲਾਪਦੀਆਂ ਹਨ। ਅਲਾਪਦੀਆਂ ਮਤਲਬ ਬੋਲਦੀਆਂ ਹਨ। ਖੱਲੀ ਦੇਨੀ ਆ ਸੁਨੇਹੜਾ, ਖੱਲੀ ਦੇਨੀ ਆ ਸੁਨੇਹੜਾ, ਇਸ ਬਟੇਰੇ ਨੂੰ ਅੱਲਾ ਖੈਰ ਸੁਣਾਵੇ ਸੱਜਣ ਮੇਰੇ ਨੂੰ, ਅੱਲਾ ਖੈਰ ਸੁਣਾਵੇ ਮੇਰੇ ਸੱਜਣ ਨੂੰ। ਇਸ ਵਿੱਚ ਕਿਸੇ ਸਾਜ਼ ਦੀ ਥਾਂ ਬਾਹਾਂ ਉੱਪਰ ਹੇਠਾਂ ਕਰਕੇ ਮਾਰੀਆਂ ਹੱਥਾਂ ਦੀਆਂ ਤਾੜੀਆਂ, ਚੁਟਕੀਆਂ ਅਤੇ ਪੈਰਾਂ ਦੀ ਥਾਪ ਤੋਂ ਹੀ ਕੰਮ ਲਿਆ ਜਾਂਦਾ ਹੈ। ਇਹ ਨਾਚ ਬਹੁਤਾ ਕਰਕੇ ਬਾਹਾਂ ਦੇ ਹਿਲੋਰਿਆਂ ਉੱਤੇ ਆਧਾਰਿਤ ਹੁੰਦਾ ਹੈ। ਇਸ ਵਿੱਚ ਨਮਸਕਾਰ ਮੁਦਰਾ ਕਮਾਲ ਦੀ ਹੁੰਦੀ ਹੈ। ਅਗਲਾ ਪ੍ਰਸ਼ਨ ਹੈ, ਕਿੱਕਲੀ ਲੋਕ ਨਾਚ ਕੁੜੀਆਂ ਕਿਸ ਤਰ੍ਹਾਂ ਨੱਚਦੀਆਂ ਹਨ? ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ ਨਾਚ ਹੈ। ਇਸ ਨਾਚ ਨੂੰ ਇਸਤਰੀਆਂ ਗਿੱਧੇ ਜਾਂ ਹੋਰ ਲੋਕ ਨਾਚਾਂ ਦੇ ਆਰੰਭਕ ਜਾਂ ਅੰਤਮ ਚਰਨ ਵਿੱਚ ਵੀ ਪੇਸ਼ ਕਰ ਲੈਂਦੀਆਂ ਹਨ। ਇਹ ਨਾਚ ਛੋਟੀਆਂ ਕੁੜੀਆਂ ਮਿਲ ਕੇ ਆਪਣੇ ਮਨ ਦੀ ਖੁਸ਼ੀ ਨੂੰ ਪ੍ਰਗਟ ਕਰਨ ਲਈ ਘਰਾਂ ਦੇ ਵਿਹੜਿਆਂ, ਚੁਰਸਤਿਆਂ ਮਤਲਬ ਰਸਤੇ ਜਾਂਦੇ ਚੁਰਾਹੇ ਦੇ ਵਿੱਚ ਜਾਂ ਛੱਤਾਂ ਉੱਤੇ ਹੱਥਾਂ ਦੀ ਕਲਿੰਗੜੀ ਪਾ ਕੇ ਅਤੇ ਹੱਥ ਜੋੜ ਕੇ ਘੁੰਮਦੀਆਂ ਹੋਈਆਂ ਨੱਚ ਲੈਂਦੀਆਂ ਹਨ ਅਤੇ ਨਾਲ ਨਾਲ ਗਾਉਂਦੀਆਂ ਹਨ। ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਕੁੜੀਆਂ ਦੇ ਇਹ ਲੋਕ ਗੀਤ ਮਾਂ, ਭਰਾ ਅਤੇ ਪਿਤਾ ਦੇ ਅਮੁੱਕ ਪਿਆਰ ਦਾ ਸੰਕੇਤ ਹੁੰਦੇ ਹਨ। ਅਗਲਾ ਪ੍ਰਸ਼ਨ ਹੈ, ਪੰਜਾਬ ਦੇ ਲੋਕ ਨਾਚ ਪਾਠ ਵਿੱਚ ਆਏ ਮਰਦਾਂ ਦੇ ਲੋਕ ਨਾਚਾਂ ਦੇ ਨਾਂ ਲਿਖੋ। ਯਾਨੀ ਕਿ ਮਰਦਾਂ ਦੁਆਰਾ, ਬੰਦਿਆਂ ਦੁਆਰਾ ਜਿਹੜੇ ਲੋਕ ਨਾਚ ਕੀਤੇ ਜਾਂਦੇ ਹਨ ਉਹਨਾਂ ਦੇ ਨਾਂ। ਇਸ ਦਾ ਉੱਤਰ ਹੈ ਭੰਗੜਾ, ਝੂਮਰ, ਲੁੱਡੀ ਅਤੇ ਮਰਦਾਂ ਦਾ ਗਿੱਧਾ ਪੰਜਾਬ ਦੇ ਮਰਦਾਂ ਦੇ ਪ੍ਰਸਿੱਧ ਲੋਕ ਨਾਚ ਹਨ। ਪੰਜਾਬ ਦੇ ਲੋਕ ਨਾਚ ਪਾਠ ਵਿੱਚ ਮੁੱਖ ਨਾਚਾਂ ਤੋਂ ਬਿਨਾਂ ਹੋਰ ਕਿਹੜੇ ਨਾਚਾਂ ਦਾ ਜ਼ਿਕਰ ਆਇਆ ਹੈ? ਪੰਜਾਬ ਦੇ ਲੋਕ ਨਾਚ ਪਾਠ ਵਿੱਚ ਮੁੱਖ ਨਾਚਾਂ ਤੋਂ ਬਿਨਾਂ ਹੇਠ ਲਿਖੇ ਲੋਕ ਨਾਚਾਂ ਦਾ
ਜ਼ਿਕਰ ਆਇਆ ਹੈ। ਯਾਨੀ ਕਿ ਇਸ ਪਾਠ ਦੇ ਵਿੱਚ ਜਿਹੜੇ ਨਾਚਾਂ ਬਾਰੇ ਦੱਸਿਆ ਗਿਆ ਹੈ ਉਹਨਾਂ ਦੇ ਨਾਂ। ਮਰਦਾਂ ਦੇ ਲੋਕ ਨਾਚ। ਮਰਦਾਂ ਦਾ ਗਿੱਧਾ, ਧਮਾਲ, ਖਲੀ, ਹੇਮੜੀ, ਡੰਡਾਸ, ਅਖਾੜਾ, ਗੱਤਕਾ, ਪਠਾਨੀਆਂ, ਫੁੰਮਣੀਆਂ, ਭਗਤ ਨਾਚ, ਜੰਗਮ ਨਾਚ ਅਤੇ ਨਾਮਧਾਰੀ ਨਾਚ, ਸੁਬਰਾ ਨਾਚ, ਮਰਕਤ ਨਾਚ ਅਤੇ ਗੁੱਗਾ ਨਾਚ ਆਦਿ। ਇਸ ਤੋਂ ਇਲਾਵਾ ਇਸਤਰੀਆਂ ਦੇ ਲੋਕ ਨਾਚ ਹਨ ਹੁੱਲੇ ਹੁਲਾਰੇ, ਲੁੱਡੀ, ਧਮਾਲ, ਟਿੱਪਰੀ, ਡੰਡਾਸ, ਫਹੂੜਾ, ਫਰੂੜਾ, ਘੂਮਰ ਅਤੇ ਸਪੇਰਾ। ਭੰਗੜਾ ਕਿਸ ਤਰ੍ਹਾਂ ਪਾਇਆ ਜਾਂਦਾ ਹੈ? ਇਹ ਕਿਹੋ ਜਿਹਾ ਲੋਕ ਨਾਚ ਹੈ? ਇਸ ਦਾ ਉੱਤਰ ਆਵੇਗਾ ਭੰਗੜੇ ਵਿੱਚ ਤਕੜੇ ਅਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ ਸਧਾਰਨ ਪਰ ਸੁੰਦਰ ਪੋਸ਼ਾਕ ਪਹਿਨ ਕੇ ਅਲਬੇਲੇਪਨ ਵਿੱਚ ਜੋਸ਼, ਬੀਰਤਾ ਅਤੇ ਸਾਹਸ ਭਰਪੂਰ ਮੁਦਰਾਵਾਂ ਰਾਹੀਂ ਕੀਤਾ ਜਾਂਦਾ ਹੈ। ਇਹ ਨਾਚ ਪਹਿਲਾਂ ਤਾਂ ਬਹੁਤਾ ਪੱਛਮੀ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਪ੍ਰਚਲਿਤ ਸੀ, ਪਰ ਹੁਣ ਇਹ ਨਾਚ ਜਿਹੜਾ ਹੈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਇਹ ਨਾਚ ਢੋਲ ਦੀ ਸਰਲ ਤਾਲ 'ਤੇ ਨੱਚਿਆ ਜਾਂਦਾ ਹੈ। ਭੰਗੜੇ ਦੇ ਆਰੰਭ ਵਿੱਚ ਹੀ ਢੋਲ ਜਿਹੜਾ ਹੈ ਉਹ ਕੀ ਕਰਦੇ ਨੇ, ਭੰਗੜੇ ਦੇ ਸ਼ੁਰੂਆਤ ਦੇ ਹੀ ਢੋਲ ਜਿਹੜਾ ਹੈ ਉਹ ਵੱਜਦਾ ਹੈ। ਭੰਗੜੇ ਦੀ ਟੋਲੀ ਵਿੱਚੋਂ ਹੀ ਨਚਾਰ ਮਤਲਬ ਨੱਚਣ ਵਾਲੇ ਢੋਲੀ ਜਾਂ ਲਾਕੜੀ ਬੋਲੀ ਚੁੱਕਦਾ ਹੈ। ਬਾਕੀ ਜਣੇ ਲੋੜ ਅਨੁਸਾਰ ਉਸ ਦਾ ਸਾਥ ਦਿੰਦੇ ਹਨ। ਬੋਲੀ ਅੰਤਮ ਤੁਕ ਅਤੇ ਉਚਾਰ ਦਾ ਨਾਲ ਤੇਜ਼ ਹੋ ਜਾਂਦਾ ਹੈ। ਭੰਗੜੇ ਦੀ ਇਸ ਗਤੀ ਤੇ ਤੇਜ਼ ਕਰਨ ਲਈ ਢੋਲੀ ਢੋਲ ਨੂੰ ਤੇਜ਼ ਗਤੀ ਨਾਲ ਵਜਾਉਂਦਾ ਹੈ ਅਤੇ ਵੱਖ-ਵੱਖ ਮੁਦਰਾਵਾਂ ਅਤੇ ਬੋਲੀਆਂ ਦਾ ਪ੍ਰਗਟਾਓ ਸੰਦਰਭ ਉਸ ਦੇ ਵੱਖ-ਵੱਖ ਅੰਦਾਜ਼ ਨਾਲ ਬਦਲਦਾ ਰਹਿੰਦਾ ਹੈ। ਭੰਗੜੇ ਵਿੱਚ ਢੋਲ ਤੋਂ ਇਲਾਵਾ ਚਿਮਟਾ, ਡਾਂਗ, ਕਾਟੋ ਅਤੇ ਸੱਪ ਆਦਿ ਦੀ ਸਾਜ਼ਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਦੀਆਂ ਕਈ ਮੁਦਰਾਵਾਂ ਹਨ। ਇਸ ਦੀਆਂ ਨਚਾਰਾਂ ਦੀ ਪੋਸ਼ਾਕ ਵੀ ਸਾਦੀ ਹੁੰਦੀ ਹੈ। ਭੰਗੜੇ ਦੇ ਵਿੱਚ ਇੱਕ ਬੋਲੀ ਜਿਵੇਂ ਪਾਈ ਜਾਂਦੀ ਹੈ ਉਸ ਦੇ ਬਾਰੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਬੋਲੀ ਜਿਹੜੀ ਹੈ ਉਹ ਕਿਵੇਂ ਬੋਲੀ ਜਾਂਦੀ ਹੈ। ਸਾਡੇ ਪਿੰਡ ਦੇ ਮੁੰਡੇ ਵੇਖ ਲਓ ਜਿਉ ਟਾਲੀ ਦੇ ਪਾਵੇ, ਕੰਨੀਦਾਰ ਇਹ ਬੰਦੇ ਚਾਦਰੇ ਪਿੰਨੀਆਂ ਨਾਲ ਸੁਹਾਵੇ, ਦੁਧੀਆ ਕਾਸ਼ਨੀ ਬੰਦੇ ਸਾਫੇ ਜਿਉ ਉੜਦਾ ਕਬੂਤਰ ਜਾਵੇ, ਮਲਮਲ ਦੇ ਤਾਂ ਕੁੜਤੇ ਪਾਉਂਦੇ ਜਿਉ ਬਗਲਾ ਤਲਾ ਵਿੱਚ ਨਾਵੇ। ਤਲਾ ਮਤਲਬ ਤਲਾਬ ਦੇ ਵਿੱਚ। ਭੰਗੜਾ ਪਾਉਂਦਿਆਂ ਦੀ ਸਿਫਤ ਕਹੀ ਨਾ ਜਾਵੇ। ਵਰਤਮਾਨ ਸਮੇਂ ਵਿੱਚ ਭੰਗੜੇ ਦਾ ਸਰੂਪ ਜਿਹੜਾ ਹੈ ਉਹ ਕਾਫੀ ਬਦਲ ਚੁੱਕਾ ਹੈ। ਇਸ ਵਿੱਚ ਕੁਝ ਅਲੋਪ ਯਾਨੀ ਕਿ ਕੁਝ ਤਾਂ ਖਤਮ ਹੀ ਹੋ ਰਹੇ ਹਨ। ਲੋਕ ਨਾਚਾਂ ਅਤੇ ਵਿਦੇਸ਼ੀ ਨਾਚਾਂ ਪ੍ਰਵੇਸ਼ ਕਰ ਰਹੀਆਂ ਹਨ। ਅਗਲਾ ਪ੍ਰਸ਼ਨ ਹੈ ਝੂਮਰ ਲੋਕ ਨਾਚ ਬਾਰੇ ਜਾਣਕਾਰੀ ਦਿਓ। ਝੂਮਰ ਲੋਕ ਨਾਚ ਜਿਹੜਾ ਹੈ ਉਹ ਪੱਛਮੀ ਪੰਜਾਬ ਦੇ ਸਾਂਦਲਬਾਰ ਦੇ ਲੋਕਾਂ ਦਾ ਨਾਚ ਹੈ। ਵੰਡ ਤੋਂ ਯਾਨੀ ਕਿ ਵੰਡ ਤੋਂ ਬਾਅਦ ਬਾਹਰ ਦੇ ਲੋਕਾਂ ਦੇ ਇੱਧਰਲੇ ਪੰਜਾਬ ਵਿੱਚ ਆ ਕੇ ਵਸਣ ਨਾਲ ਇੱਕ ਲੋਕ ਨਾਚ ਵੀ ਇੱਧਰ ਆ ਗਿਆ ਹੈ। ਨਚਾਰ ਮਤਲਬ ਨੱਚਣ ਵਾਲੇ ਸਮੂਹਿਕ ਰੂਪ ਵਿੱਚ ਕਿਸੇ ਖੁੱਲ੍ਹੀ ਜਾਂ ਘੇਰੇ ਦੇ ਆਕਾਰ ਵਿੱਚ ਆਪਣੇ ਹਰਮਨ ਪਿਆਰੇ ਲੋਕ ਗੀਤ ਢੋਲੇ ਦੇ ਰਾਹੀਂ ਢੋਲ ਦੀ ਤਾਲ ਉੱਤੇ ਇਸ ਨਾਚ ਨੂੰ ਨੱਚਦੇ ਹਨ। ਇਹ ਨਾਚ 3 ਤਾਲਾਂ ਮੱਠੀ, ਤੇਜ਼ ਅਤੇ ਬਹੁਤ ਹੀ ਤੇਜ਼ ਉੱਤੇ ਨੱਚਿਆ ਜਾਂਦਾ ਹੈ। ਇਹਨਾਂ ਤਾਲਾਂ ਨੂੰ ਝੂਮਰ ਦੀ ਤਾਲ, ਚੀਨਾ ਛੜਨਾ ਅਤੇ ਧਮਾਲ ਵੀ ਆਖਦੇ ਹਨ। ਇਸ ਨਾਚ ਨੂੰ ਨੱਚਦਿਆਂ ਲੰਮੇ ਗੀਤ ਗਾਏ ਜਾਂਦੇ ਹਨ, ਯਾਨੀ ਕਿ ਲੰਬੇ ਗੀਤ ਗਾਏ ਜਾਂਦੇ ਹਨ, ਲੰਬੀ ਆਵਾਜ਼ ਦੇ ਵਿੱਚ ਗਾਏ ਜਾਂਦੇ ਹਨ। ਅਗਲਾ ਪ੍ਰਸ਼ਨ ਹੈ ਲੁੱਡੀ ਕਿਹੋ ਜਿਹਾ ਲੋਕ ਨਾਚ ਹੈ? ਲੁੱਡੀ ਸਾਂਝੇ ਪੰਜਾਬ ਦੇ ਉੱਤਰ ਪੱਛਮੀ ਨੀਮ ਪਹਾੜੀ ਅਤੇ ਕੁਝ ਮੈਦਾਨੀ ਇਲਾਕੇ ਵਿੱਚ ਪ੍ਰਚਲਿਤ ਰਿਹਾ ਲੋਕ ਨਾਚ ਹੈ। ਇਹ ਜਿੱਤ ਦੀ ਖੁਸ਼ੀ ਦੇ ਵਿੱਚ ਨੱਚਿਆ ਜਾਂਦਾ ਹੈ। ਇਹ ਢੋਲ ਦੀਆਂ ਸਧਾਰਨ ਤਾਲਾਂ 'ਤੇ ਨੱਚਿਆ ਜਾਂਦਾ ਹੈ ਅਤੇ ਨਚਾਰ ਜਿਵੇਂ ਮਰਜ਼ੀ ਨਾਚ ਮੁਦਰਾਵਾਂ ਕਰਦੇ ਹਨ। ਇਸ ਵਿੱਚ ਤਾੜੀ ਮਾਰਨਾ, ਮੋਢੇ 'ਤੇ ਲੱਕ ਹਿਲਾਉਣਾ ਅਤੇ ਬਾਹਾਂ ਅਤੇ ਲੱਤਾਂ ਦੀਆਂ ਹਰਕਤਾਂ ਆਦਿ ਮੁਦਰਾਵਾਂ ਸ਼ਾਮਲ ਹੁੰਦੀਆਂ ਹਨ। ਮਸਤੀ ਵਿੱਚ ਆਏ ਨਚਾਰ ਆਪਣੇ ਮੂੰਹ ਵਿੱਚ ਕੀ ਕਰਦੇ ਹਨ? ਕਈ ਪ੍ਰਕਾਰ ਦੀਆਂ ਆਵਾਜ਼ਾਂ ਕੱਢਦੇ ਹਨ। ਮਰਦਾਂ ਦੇ ਗਿੱਧੇ ਬਾਰੇ ਤੁਸੀਂ ਕੀ ਜਾਣਦੇ ਹੋ? ਮਰਦਾਂ ਦਾ ਗਿੱਧਾ ਮਾਲਵੇ ਵਿੱਚ ਪ੍ਰਚਲਿਤ ਲੋਕ ਨਾਚ ਹੈ। ਪ੍ਰਚਲਿਤ ਹੁੰਦਾ ਹੈ, ਬਹੁਤ ਹੀ ਜ਼ਿਆਦਾ ਮਸ਼ਹੂਰ ਲੋਕ ਨਾਚ ਹੈ। ਇਸ ਨੂੰ ਚੋਬਰਾ ਦਾ ਗਿੱਧਾ ਜਾਂ ਮਲਵਈਆਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ। ਇਸ ਵਿੱਚ ਨਚਾਰ ਬੋਲੀਆਂ ਪਾਉਣ ਤੋਂ ਇਲਾਵਾ ਅਲਗੋਜ਼ੇ, ਢੋਲਕ, ਚਿਮਟੇ, ਬੁਗਦੂ, ਸੀਟੀ, ਗੜਵੇ, ਛੈਣੇ ਅਤੇ ਬਾਲਟੀ ਆਦਿ ਨੂੰ ਵੀ ਸਾਜ਼ਾਂ ਵਜੋਂ ਕੀ ਕਰਦੇ ਹਨ? ਉਹਨਾਂ ਨੂੰ ਵਰਤ ਲੈਂਦੇ ਹਨ। ਇਹਨਾਂ ਵਿੱਚ ਲੰਮੀਆਂ ਬੋਲੀਆਂ ਜ਼ਿਆਦਾ ਪਰ ਮੁਦਰਾਵਾਂ ਦੀ ਘਾਟ ਹੁੰਦੀ ਹੈ। ਇਹ ਲੋਕ ਨਾਚ ਕਾਫੀ
ਹਰਮਨ ਪਿਆਰੇ ਹੋ ਰਿਹਾ ਹੈ। ਯਾਨੀ ਕਿ ਇਹ ਜਿਹੜਾ ਲੋਕ ਨਾਚ ਹੈ ਉਹ ਸਾਰੇ ਲੋਕਾਂ ਨੂੰ ਬਹੁਤ ਚੰਗਾ ਲੱਗਦਾ ਹੈ। ਇਸ ਤੋਂ ਇਲਾਵਾ ਅਗਲਾ ਪ੍ਰਸ਼ਨ ਹੈ, ਵਰਤਮਾਨ ਸਮੇਂ ਵਿੱਚ ਭੰਗੜੇ ਦੇ ਬਦਲਦੇ ਸਰੂਪ ਬਾਰੇ ਦੱਸੋ। ਵਰਤਮਾਨ ਸਮੇਂ ਵਿੱਚ ਭੰਗੜੇ ਦਾ ਸਰੂਪ ਕਾਫੀ ਬਦਲ ਚੁੱਕਾ ਹੈ। ਬੋਲੀਆਂ ਦੇ ਪੱਧਰ, ਮੁਦਰਾਵਾਂ ਦੇ ਸੰਚਾਰ ਪੱਧਰ ਅਤੇ ਸਾਜੋ ਸਮਾਨ ਆਦਿ ਜਿਹੜੇ ਹਨ ਉਹ ਵੀ ਉਸ ਪੱਖੋਂ ਵੀ ਕਾਫੀ ਤਬਦੀਲੀਆਂ ਯਾਨੀ ਕਿ ਉਸ ਪੱਖੋਂ ਵੀ ਕਾਫੀ ਬਦਲਾਵ ਆ ਚੁੱਕੀਆਂ ਹਨ। ਇਸ ਵਿੱਚ ਵਿਦੇਸ਼ੀ ਨਾਚਾਂ ਦੀਆਂ ਮੁਦਰਾਵਾਂ ਵੀ ਸ਼ਾਮਲ ਹੋ ਰਹੀਆਂ ਹਨ। ਕੁਝ ਉਹ ਲੋਕ ਨਾਚ ਜਿਨ੍ਹਾਂ ਦੀ ਹੋਂਦ ਮਿਟਦੀ ਜਾ ਰਹੀ ਹੈ ਦੀਆਂ ਮੁਦਰਾਵਾਂ ਵੀ ਇਸ ਦੀਆਂ ਚਾਲਾਂ ਦੇ ਮੁਦਰਾਵਾਂ ਦੇ ਨਾਂ ਗ੍ਰਹਿਣ ਕਰ ਚੁੱਕੀਆਂ ਹਨ। ਇਸ ਤਰ੍ਹਾਂ ਭੰਗੜੇ ਦਾ ਸਰੂਪ ਜਿਹੜਾ ਹੈ ਉਹ ਲਗਾਤਾਰ ਕੀ ਹੋ ਰਿਹਾ ਹੈ, ਬਦਲ ਰਿਹਾ ਹੈ। ਪੰਜਾਬ ਵਿੱਚ ਬਦਲ ਰਹੀਆਂ ਪ੍ਰਸਥਿਤੀਆਂ ਅਨੁਸਾਰ ਲੋਕ ਨਾਚਾਂ ਵਿੱਚ ਆਪਣੇ ਆਏ ਬਦਲਾਅ ਬਾਰੇ ਜਾਣਕਾਰੀ ਦਿਓ। ਇਸ ਦਾ ਉੱਤਰ ਹੈ, ਪੰਜਾਬ ਵਿੱਚ ਲਗਾਤਾਰ ਬਦਲ ਰਹੀਆਂ ਪ੍ਰਸਥਿਤੀਆਂ ਨੇ ਇੱਥੋਂ ਦੇ ਲੋਕ ਨਾਚਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲੈ ਆਂਦੀਆਂ ਹਨ। ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਸੱਭਿਆਚਾਰ ਕੇਂਦਰਾਂ, ਪਿੰਡਾਂ, ਪੀੜਾਂ, ਖੇਤਾਂ, ਬੇਲੀਆਂ ਆਦਿ 'ਤੇ ਸਟੇਜ, ਫਿਲਮਾਂ ਅਤੇ ਟੈਲੀਵਿਜ਼ਨ ਤੱਕ ਦੇ ਸਫ਼ਰ ਇਸ ਤੋਂ ਇਲਾਵਾ ਨੂੰ ਤੈਅ ਕਰ ਚੁੱਕੇ ਹਨ ਅਤੇ ਇਸ ਪੜਾਅ 'ਤੇ ਪੁੱਜ ਕੇ ਇਹਨਾਂ ਵਿੱਚ ਕਈ ਪ੍ਰਕਾਰ ਦੀਆਂ ਤਬਦੀਲੀਆਂ ਆ ਚੁੱਕੀਆਂ ਹਨ। ਇਹ ਤਬਦੀਲੀਆਂ ਮੁਦਰਾਵਾਂ ਦੇ ਸੰਚਾਲਨ, ਗਤੀ ਦੀ ਤੀਬਰਤਾ, ਨਵ ਸਿਰਜਕ ਨਿਜਗਤ ਗੀਤ ਮੁਖੀਆ ਬੋਲੀ, ਸਟੇਜੀ ਜ਼ਰੂਰਤ, ਪੋਸ਼ਾਕ, ਹਾਰ ਸ਼ਿੰਗਾਰ, ਸਾਜ਼ ਸੰਗੀਤ ਅਤੇ ਵਿਸ਼ੇਸ਼ ਭਾਂਤ ਦੀ ਸਿਖਲਾਈ ਆਦਿ ਦੇ ਕਈ ਪੱਖਾਂ ਵਿੱਚੋਂ ਜ਼ਾਹਰ ਹੁੰਦੀਆਂ ਹਨ। ਕੋਈ ਵੀ ਤਬਦੀਲੀ ਆਪਣੇ ਸੱਭਿਆਚਾਰਕ ਇਤਿਹਾਸਕ ਚੌਖਟੇ ਵਿੱਚ ਰੱਖ ਕੇ ਉਸਾਰੂ ਕਦਰ ਪ੍ਰਣਾਲੀ ਨੂੰ ਗ੍ਰਹਿਣ ਕਰਨ ਲਈ ਤਾਂ ਠੀਕ ਹੈ ਅਤੇ ਉਸ ਯਾਨੀ ਕਿ ਇਸ ਉਦੇਸ਼ ਲਈ ਵਿਦੇਸ਼ੀ ਪ੍ਰਭਾਵਾਂ ਤੋਂ ਬਚਣਾ ਕੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਤਦ ਹੀ ਇਹ ਲੋਕ ਨਾਚ ਪੰਜਾਬੀਆਂ ਦੇ ਸਰਬਪੱਖੀ ਸੱਭਿਆਚਾਰ ਵਰਤਾਰੇ ਦਾ ਪ੍ਰਮਾਣਕ ਰੂਪ ਉਗਾੜਨ ਦੇ ਸਮਰੱਥ ਹੋ ਸਕਣਗੇ। ਇਸ ਤੋਂ ਇਲਾਵਾ ਕੁਝ ਹੋਰ ਪ੍ਰਸ਼ਨ ਹਨ ਇਸ ਪਾਠ ਦੇ ਸੰਬੰਧਿਤ ਜਿਹੜੇ ਮੈਂ ਤੁਹਾਨੂੰ ਕਰਵਾਉਣ ਜਾ ਰਹੀ ਹਾਂ। ਇਸ ਦਾ ਪਹਿਲਾ ਪ੍ਰਸ਼ਨ ਹੈ, ਗਿੱਧਾ ਕਦੋਂ ਪਾਇਆ ਜਾਂਦਾ ਹੈ। ਪੰਜਾਬਣਾਂ ਆਪਣੇ ਹਰ ਪ੍ਰਕਾਰ ਦੇ ਕਾਰ ਵਿਹਾਰ ਵਿੱਚ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆਂ ਹਨ, ਯਾਨੀ ਕਿ ਮੌਕੇ ਆਪਣੇ ਆਪ ਬਣਾ ਲੈਂਦੀਆਂ ਹਨ। ਰੁੱਤਾਂ, ਮੇਲਿਆਂ, ਤਿੱਥਾਂ, ਤਿਉਹਾਰਾਂ 'ਤੇ ਤ੍ਰਿੰਝਣਾਂ ਤੋਂ ਵਿਹਲੀਆਂ ਹੋ ਕੇ ਜਾਂ ਸਾਉਣ ਮਹੀਨੇ ਤੀਆਂ ਦੇ ਮੌਕੇ 'ਤੇ ਬੱਚੇ ਦੇ ਜਨਮ, ਮੰਗਣੀ ਜਾਂ ਵਿਆਹ ਸਮੇਂ, ਜਾਗੋ ਕੱਢਣ ਵੇਲੇ ਜਾਂ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ 'ਤੇ ਇਕੱਠੀਆਂ ਹੋ ਕੇ ਉਹ ਅਜਿਹਾ ਸ਼ੌਂਕ ਪੂਰਾ ਕਰ ਲੈਂਦੀਆਂ ਹਨ। ਘਰ ਦਾ ਵਿਹੜਾ, ਖੁੱਲ੍ਹੀ ਛੱਤ, ਖੁੱਲ੍ਹਾ ਕਮਰਾ, ਖੇਤ ਜਾਂ ਮੈਦਾਨ ਆਦਿ ਸਭ ਗਿੱਧੇ ਲਈ ਢੁਕਵੀਆਂ ਥਾਵਾਂ ਹੁੰਦੀਆਂ ਹਨ। ਧਰਮ, ਫਿਰਕੇ, ਜਾਤ ਪਾਤ ਦੀ ਇਸ ਵਿੱਚ ਕੋਈ ਥਾਂ ਨਹੀਂ ਹੁੰਦੀ। ਦੂਜਾ ਪ੍ਰਸ਼ਨ ਹੈ, ਗਿੱਧੇ ਦੀਆਂ ਮੁਦਰਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ। ਇਸ ਦਾ ਉੱਤਰ ਆਵੇਗਾ, ਗਿੱਧੇ ਦੀਆਂ ਮੁਦਰਾਵਾਂ ਸੀਮਿਤ ਨਹੀਂ ਕੀਤੀਆਂ ਜਾ ਸਕਦੀਆਂ। ਮੁੱਖ ਤੌਰ 'ਤੇ ਇਹ ਪੈਰਾਂ ਦੀਆਂ ਥਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰੇ, ਬੁੱਲ੍ਹਾਂ ਰਾਹੀਂ ਵੱਖ-ਵੱਖ ਆਵਾਜ਼ਾਂ ਕੱਢ ਕੇ, ਕਿਸੇ ਦੀ ਨਕਲ ਲਾ ਕੇ, ਲੜਾਈ ਦਾ ਦ੍ਰਿਸ਼ ਸਿਰਜ ਕੇ, ਧਰਤੀ 'ਤੇ ਬੈਠ ਕੇ, ਸਰੀਰ ਨੂੰ ਹੁਲਾਰਾ ਦੇ ਕੇ ਆਦਿ ਜੁਗਤਾਂ ਰਾਹੀਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਟੱਪੇ ਜਾਂ ਬੋਲੀ ਦੇ ਉਚਾਰ ਵਿੱਚੋਂ ਨਵੀਂ ਨਿਭਾਉ ਪਰਿਸਥਿਤੀ ਪੈਦਾ ਹੁੰਦੀ ਹੈ ਅਤੇ ਜਿਸ ਨੂੰ ਪੇਸ਼ ਕਰਨ ਲਈ ਮੌਕੇ ਅਨੁਸਾਰ ਮੁਦਰਾ ਨਵੀਂ ਸਿਰਜ ਲਈ ਜਾਂਦੀ ਹੈ। ਵਿੱਚ ਕਿਹੜੇ ਸਾਜ਼ ਵਰਤੇ ਜਾਂਦੇ ਹਨ। ਇਸ ਦਾ ਉੱਤਰ ਆਵੇਗਾ, ਗਿੱਧਾ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰਤਾ ਦਾ ਧਾਰਨੀ ਹੈ। ਇਹ ਸਾਜ਼ਾਂ ਦਾ ਮੁਥਾਜ ਨਹੀਂ। ਭਾਵੇਂ ਅੱਜ ਕੱਲ੍ਹ ਢੋਲਕੀ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਮੂੰਹ ਰਾਹੀਂ ਫੂੰ ਫੂੰ ਕਰਕੇ, ਬੱਲੇ ਬੱਲੇ ਕਰਕੇ, ਅੱਡੀਆਂ ਜ਼ਮੀਨ 'ਤੇ ਮਾਰ ਕੇ ਜਾਂ ਕਿਲਕਾਰੀ ਮਾਰ ਕੇ ਜ਼ੋਰਦਾਰ ਤਾੜੀਆਂ ਦੀ ਆਵਾਜ਼ ਦੀ ਸੰਗਤ ਵਿੱਚ ਹੀ ਸਾਜ਼ਾਂ ਦੀਆਂ ਧੁਨਾਂ ਪੈਦਾ ਕਰ ਲਈਆਂ ਜਾਂਦੀਆਂ ਹਨ। ਚੌਥਾ ਪ੍ਰਸ਼ਨ ਹੈ, ਸੰਮੀ ਨਾਚ ਦੇ ਪ੍ਰਚਲਿਤ ਹੋਣ ਸੰਬੰਧੀ ਕੀ ਧਾਰਨਾਵਾਂ ਅਤੇ ਦੰਦ ਕਥਾਵਾਂ ਪ੍ਰਚਲਿਤ ਹਨ। ਇਸ ਦਾ ਉੱਤਰ ਹੈ, ਸੰਮੀ ਇਸਤਰੀਆਂ ਦੇ ਲੋਕ ਨਾਚਾਂ ਵਿੱਚੋਂ ਇੱਕ ਹੈ। ਇਸ ਲੋਕ ਨਾਚ ਦੇ ਜਨਮ ਅਤੇ ਪ੍ਰਫੁੱਲਿਤ ਹੋਣ ਸੰਬੰਧੀ ਵੀ ਕਈ ਧਾਰਨਾਵਾਂ ਦੇ ਦੰਦ ਕਥਾਵਾਂ ਪ੍ਰਚਲਿਤ ਹਨ। ਇੱਕ ਧਾਰਨਾ ਇਹ ਹੈ ਕਿ ਸੰਮੀ ਨਾਮਕ ਦਰੱਖਤ ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਆਲੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਮ ਸੰਮੀ ਪੈ ਗਿਆ। ਦੂਜੀ ਧਾਰਨਾ ਉਸ ਦੰਦ ਤੇ ਕਥਾ 'ਤੇ ਆਧਾਰਿਤ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇੰਦਰ ਦੇ ਅਖਾੜੇ ਦੀ ਅਪਸਰਾ ਵਰਗੀ ਬਣਨ ਦੀ ਚਾਹਵਾਨ ਸੰਮੀ ਨਾਮਕ ਕੁੜੀ ਦੇ ਵਾਰ-ਵਾਰ ਨੱਚਣ ਕਾਰਨ ਇਸ ਨਾਚ ਦਾ ਨਾਂ ਸੰਮੀ ਪੈ ਗਿਆ। ਤੀਜੀ ਧਾਰਨਾ ਅਨੁਸਾਰ ਢੋਲੇ ਦੀ ਪ੍ਰੀਤ ਵਿੱਚ ਨੱਚ-ਨੱਚ ਕੇ ਫਾਵੀ ਹੋਣ ਵਾਲੀ ਉਸ ਦੀ ਪ੍ਰੇਮਿਕਾ ਸੰਮੀ ਦੇ ਨਾਂ 'ਤੇ ਇਸ ਨਾਚ ਦਾ ਨਾਂ ਸੰਮੀ ਪੈ ਗਿਆ। ਇਸ ਤਰ੍ਹਾਂ ਹੋਰ ਵੀ ਕਈ ਕਥਾ ਬਿਰਤਾਂਤ ਮਿਲਦੇ ਹਨ। ਹੁੱਲੇ ਹੁਲਾਰੇ ਨਾਚ ਬਾਰੇ ਤੁਸੀਂ ਕੀ ਜਾਣਦੇ ਹੋ। ਇਸ ਦਾ ਉੱਤਰ ਹੈ, ਹੁੱਲੇ ਹੁਲਾਰੇ ਅਜਿਹਾ ਲੋਕ ਨਾਚ ਹੈ ਜੋ ਸਾਂਝੇ ਪੰਜਾਬ ਦੇ ਸਮੇਂ ਹਿੰਦੂ
ਸਿੱਖ, ਮੁਸਲਮਾਨ ਅਤੇ ਹੋਰ ਧਰਮਾਂ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਵਰਗੇ ਮੰਗਲ ਤਿਉਹਾਰਾਂ ਸਮੇਂ ਘੇਰੇ ਦੇ ਰੂਪ ਵਿੱਚ ਨੱਚਦੀਆਂ ਹਨ। ਪੁਰਾਤਨ ਗ੍ਰੰਥਾਂ ਵਿੱਚ ਇਸ ਨਾਚ ਦਾ ਨਾਂ ਹਲੀਸਨ ਸੀ ਅਤੇ ਇਸ ਦੀ ਪਰੰਪਰਾ ਦੇਵਦਾਸੀਆਂ ਦੀ ਨਾਥ ਪ੍ਰਥਾ ਨਾਲ ਜੁੜੀ ਹੋਈ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਪ੍ਰਸ਼ਨ ਹੈ, ਸੰਮੀ ਨਾਚ ਵੇਲੇ ਤਾਲ ਕਿਸ ਤਰ੍ਹਾਂ ਸਿਰਜਿਆ ਜਾਂਦਾ ਹੈ? ਸੰਮੀ ਨਾਚ ਨੱਚਣ ਵੇਲੇ ਨਚਾਰਾਂ ਨੂੰ ਕਿਸੇ ਢੋਲਕੀ ਜਾਂ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ। ਉਹ ਹੱਥਾਂ ਦੀਆਂ ਤਾੜੀਆਂ ਜੋ ਬਾਹਾਂ ਨੂੰ ਉੱਪਰ ਕਰਕੇ ਮਾਰੀਆਂ ਜਾਂਦੀਆਂ ਹਨ ਤੇ ਤੋਂ ਛੁੱਟ ਚੁਟਕੀਆਂ ਅਤੇ ਪੈਰਾਂ ਦੀ ਥਾਪ ਆਦਿ ਤਾਲ ਨਾਲ ਸਿਰਜ ਲੈਂਦੀਆਂ ਹਨ ਅਤੇ ਗੀਤ ਦੇ ਉਚਾਰ ਨਾਲ ਇਕਸੁਰ ਹੋ ਕੇ ਨੱਚ ਲੈਂਦੀਆਂ ਹਨ। ਸੰਮੀ ਨਾਚ ਦੀਆਂ ਮੁਦਰਾਵਾਂ ਬਾਰੇ ਜਾਣਕਾਰੀ ਦਿਓ, ਯਾਨੀ ਕਿ ਸੰਮੀ ਨਾਚ ਦੇ ਵਿੱਚ ਜਿਹੜੇ ਮੁਦਰਾਵਾਂ ਕੀਤੀਆਂ ਜਾਂਦੀਆਂ ਹਨ ਉਸ ਬਾਰੇ ਦੱਸਣਾ ਹੈ। ਇਸ ਦੇ ਵਿੱਚ ਇਸ ਦਾ ਉੱਤਰ ਹੈ, ਸੰਮੀ ਨਾਚ ਵਧੇਰੇ ਕਰਕੇ ਬਾਹਾਂ ਦੇ ਹਲੋਰਿਆਂ ਉੱਤੇ ਆਧਾਰਿਤ ਹੈ। ਮੁਦਰਾਵਾਂ ਦੇ ਸਥਾਨਕ ਭੇਦਾਂ ਤੋਂ ਇਲਾਵਾ ਇਸ ਨਾਚ ਦੀਆਂ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਵੀ ਹਨ। ਘੇਰੇ ਵਿੱਚ ਖਲੋਤੀਆਂ ਮੁਟਿਆਰਾਂ ਪਹਿਲਾਂ ਆਪਣੇ ਦੋਹਾਂ ਹੱਥਾਂ ਨੂੰ ਪਾਸਿਆਂ ਤੋਂ ਘੁਮਾਉਂਦੀਆਂ ਹਨ ਅਤੇ ਛਾਤੀ ਦੇ ਕੋਲ ਲਿਜਾ ਕੇ ਤਾੜੀ ਮਾਰਦੀਆਂ ਹਨ। ਫਿਰ ਸੱਜੀ ਬਾਂਹ ਨੂੰ ਲਹਿਰ ਵਾਂਗ ਉੱਤੇ ਉਲਾਰ ਕੇ ਖੱਬੀ ਬਾਂਹ ਹੇਠਾਂ ਵੱਲ ਲਟਕਾ ਕੇ ਅਦਾ ਨਾਲ ਚੁਟਕੀਆਂ ਮਾਰਦੀਆਂ ਹਨ। ਫਿਰ ਉਸ ਦੇ ਉਲਟ ਖੱਬੀ ਬਾਂਹ ਉੱਪਰ ਲਹਿਰਾ ਕੇ ਅਤੇ ਸੱਜੀ ਬਾਂਹ ਹੇਠਾਂ ਲਟਕਾ ਕੇ ਚੁਟਕੀਆਂ ਮਾਰਦੀਆਂ ਹਨ। ਹਰ ਹੁਲਾਰੇ ਦੇ ਨਾਲ ਉਹ ਆਪਣੇ ਲੱਕ, ਕਮਰ ਯਾਨੀ ਕਿ ਲੱਕ ਮਤਲਬ ਕਮਰ ਨੂੰ ਟੁੰਬਵੀਂ ਲਚਕ ਦਿੰਦੀਆਂ ਹਨ। ਇਸ ਪਿੱਛੋਂ ਉਹ ਅੱਗੇ ਵੱਲ ਨੂੰ ਝੁਕ ਕੇ ਤਾੜੀਆਂ ਮਾਰਦੀਆਂ ਹਨ ਅਤੇ ਗੋਲ ਦਾਇਰੇ ਵਿੱਚ ਘੁੰਮਦੀਆਂ ਹੋਈਆਂ ਅਗਾਂਹ ਵਧੀਆਂ ਜਾਂਦੀਆਂ ਹਨ। ਇਸ ਵਿੱਚ ਨਮਸਕਾਰ ਸਲਾਮੀ ਮੁਦਰਾ ਦਾ ਤਾਂ ਕਮਾਲ ਦੀ ਹੁੰਦੀ ਹੈ। ਕਿੱਕਲੀ ਨਾਚ ਕਿਸ ਤਰ੍ਹਾਂ ਨੱਚਿਆ ਜਾਂਦਾ ਹੈ? ਕਿੱਕਲੀ ਨਾਚ ਉਹ ਲਈ ਕੁੜੀਆਂ ਕੀ ਹਨ ਕਿ ਇੱਕ ਥਾਂ 'ਤੇ ਇਕੱਠੀਆਂ ਹੋ ਜਾਂਦੀਆਂ ਹਨ, ਦੋ ਜੋਟੇ ਬਣਾ ਲੈਂਦੀਆਂ ਹਨ। ਜਿਹੜਾ ਜੋਟਾ ਸਮੂਹ ਦੇ ਇਕੱਠ ਦੇ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਨ ਵਾਲਾ ਹੁੰਦਾ ਹੈ, ਉਸ ਵਿੱਚੋਂ ਇੱਕ ਕੁੜੀ ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਲੈ ਕੇ ਅਤੇ ਖੱਬਾ ਹੱਥ ਆਪਣੇ ਖੱਬੇ ਹੱਥ ਦੇ ਵਿੱਚ ਲੈ ਕੇ ਕੁੱਟ ਕੇ ਫੜ ਲੈਂਦੀ ਹੈ, ਯਾਨੀ ਕਿ ਜ਼ੋਰ ਨਾਲ ਫੜ ਲੈਂਦੀ ਹੈ। ਇਸੇ ਤਰ੍ਹਾਂ ਦੂਜੀ ਕੁੜੀ ਵੀ ਕਰਦੀ ਹੈ। ਇਸ ਮੁਦਰਾ ਵਿੱਚ ਦੋਹਾਂ ਕੁੜੀਆਂ ਦੀਆਂ ਦੋਹਾਂ ਬਾਹਾਂ ਦੀ ਸੰਗਲੀ ਜਿਹੀ ਬਣ ਜਾਂਦੀ ਹੈ ਅਤੇ ਬਾਹਾਂ ਨੂੰ ਇਸ ਸਥਿਤੀ ਦੇ ਵਿੱਚ ਕਰਨ ਪਿੱਛੋਂ ਕੁੜੀਆਂ ਆਪਣੇ ਪੈਰਾਂ ਦਾ ਭਾਰ ਪੱਬਾਂ 'ਤੇ ਪਾ ਲੈਂਦੀਆਂ ਹਨ ਅਤੇ ਬਾਕੀ ਸਰੀਰ ਦਾ ਭਾਰ ਪਿਛਾਂਹ ਵੱਲ ਨੂੰ ਉਲਾਰ ਦਿੰਦੀਆਂ ਹਨ। ਇਸ ਮੁਦਰਾ ਵਿੱਚ ਸਰੀਰ ਦੇ ਭਾਰ ਨੂੰ ਪੱਬਾਂ ਤੋਂ ਵੱਧ ਆਪਸੀ ਬਾਹਾਂ ਦੀ ਬਣਾਈ ਸੰਗਲੀ ਜਿਹੀ 'ਤੇ ਰੱਖਿਆ ਜਾਂਦਾ ਹੈ ਅਤੇ ਕਿੱਕਲੀ ਸੰਬੰਧੀ ਪ੍ਰਚਲਿਤ ਲੋਕ ਗੀਤਾਂ ਦੇ ਬੋਲਾਂ ਦਾ ਉਚਾਰਨ ਕੀਤਾ ਜਾਂਦਾ ਹੈ। ਕੁਝ ਲੋਕ ਗੀਤ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਇੱਕ ਹੱਥ ਨੂੰ ਛੱਡ ਕੇ ਮੁਦਰਾ ਸਿਰਜਣ ਹਿੱਤ ਵੀ ਉਛਾਲਿਆ ਜਾਂਦਾ ਹੈ। ਲੋਕ ਗੀਤ ਮਾਂ, ਭਰਾ, ਪਿਤਾ ਦੇ ਅਮੁੱਕ ਪਿਆਰ ਦਾ ਸੰਕੇਤ ਹੁੰਦੇ ਹਨ। ਅਗਲਾ ਪ੍ਰਸ਼ਨ ਹੈ, ਭੰਗੜਾ ਪੰਜਾਬ ਦੇ ਕਿਹੜੇ ਖੇਤਰਾਂ ਦੇ ਵਿੱਚ ਪ੍ਰਚਲਿਤ ਹੈ? ਯਾਨੀ ਕਿ ਭੰਗੜਾ ਜਿਹੜਾ ਹੈ ਉਹ ਪੰਜਾਬ ਦੇ ਕਿਹੜੇ ਖੇਤਰਾਂ ਦੇ ਵਿੱਚ ਮਸ਼ਹੂਰ ਹੈ? ਇਸ ਦਾ ਉੱਤਰ ਆਵੇਗਾ, ਭੰਗੜੇ ਦੀਆਂ ਕਈ ਮੁਦਰਾਵਾਂ ਹਨ। ਨਚਾਰ ਇਸ ਨੂੰ ਕਤਾਰਾਂ ਵਿੱਚ ਯਾਨੀ ਕਿ ਲਾਈਨਾਂ ਵਿੱਚ ਆਮੋ ਸਾਹਮਣੇ ਘੇਰੇ ਵਿੱਚ ਅੱਗੜ ਪਿੱਛੜ ਢੋਲੀ ਦੇ ਇਰਦ ਗਿਰਦ ਯਾਨੀ ਕਿ ਉਹਦੇ ਆਲੇ ਦੁਆਲੇ ਇੱਕ ਦੂਸਰੇ ਦੇ ਪੱਟਾਂ ਜਾਂ ਮੋਢਿਆਂ 'ਤੇ ਚੜ੍ਹ ਕੇ ਕਿਸੇ ਦਿਸ਼ਾ ਵੱਲ ਹੁਲਾਰੇ ਵਿੱਚ ਘੁੰਮਦੇ ਹੋਏ ਨੱਚ ਸਕਦੇ ਹਨ। ਮੁੱਖ ਰੂਪ ਵਿੱਚ ਇਹਨਾਂ ਮੁਦਰਾਵਾਂ ਦੀ ਉਤਪਤੀ ਅਤੇ ਵਿਕਾਸ ਜਿਹੜਾ ਹੈ ਖੇਤੀਬਾੜੀ ਨਾਲ ਸੰਬੰਧਿਤ ਸੰਦਾਂ ਅਤੇ ਧੰਦਿਆਂ ਵਿੱਚੋਂ ਹੋਇਆ ਹੈ। ਇਸ ਤੋਂ ਇਲਾਵਾ ਹੈ ਕਿ ਭੰਗੜੇ ਦੇ ਤਾਲ ਬਾਰੇ ਦੱਸੋ। ਭੰਗੜੇ ਦੇ ਵਿੱਚ ਕਿਹੜੀ ਤਾਲ ਚਲਦੀ ਹੈ ਉਸ ਬਾਰੇ ਇਸ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਹੈ। ਭੰਗੜੇ ਵਿੱਚ ਕਿਹੜੇ ਸਾਜ਼ਾਂ ਦੀ ਵਰਤੋਂ ਹੁੰਦੀ ਹੈ? ਇਸ ਦਾ ਉੱਤਰ ਆਵੇਗਾ, ਭੰਗੜਾ ਢੋਲ ਦੀ ਸਰਲ ਤਾਲ 'ਤੇ ਨੱਚਿਆ ਜਾਂਦਾ ਹੈ। ਇਹ ਤਾਲ ਇਸ ਪ੍ਰਕਾਰ ਹੈ, ਦਿਨ ਧਨਾ ਦਿਨ ਧਨ ਤਨਾ ਕਤ। ਭੰਗੜਾ ਆਰੰਭ ਹੋਣ ਸਮੇਂ ਇਹ ਤਾਲ ਧੀਮੀ ਆਵਾਜ਼ ਵੱਜਦੀ ਹੈ। ਨਚਾਰ ਭੰਗੜੇ ਦੇ ਤਾਲ ਉੱਤੇ ਪੈਰਾਂ ਅਤੇ ਹੋਰ ਅੰਗਾਂ ਨੂੰ ਹਿਲਾਉਂਦੇ ਹੋਏ ਕਈ ਪ੍ਰਕਾਰ ਦੀਆਂ ਮੁਦਰਾਵਾਂ ਕਰਦੇ ਹਨ। ਭੰਗੜੇ ਦੀ ਟੋਲੀ ਵਿੱਚੋਂ ਹੀ ਨਚਾਰ ਜਾਂ ਢੋਲਚੀ ਜਾਂ ਲਾਕੜੀ ਬੋਲੀ ਚੁੱਕਦਾ ਹੈ। ਬਾਕੀ ਜਣੇ ਲੋੜ ਅਨੁਸਾਰ ਉਸਦਾ ਸਾਥ ਦਿੰਦੇ ਹਨ। ਬੋਲੀ ਦਾ ਅੰਤਮ ਤੁਕ ਯਾਨੀ ਕਿ ਜਿਹੜੀ ਅੰਤਮ ਲਾਈਨ ਹੁੰਦੀ ਹੈ ਉਸਦੇ ਉਚਾਰ ਨਾਲ ਨਾਚ ਕੀ ਹੋ ਜਾਂਦਾ, ਤੇਜ਼ ਹੋ ਜਾਂਦਾ ਹੈ। ਭੰਗੜੇ ਦੀ ਇਸ ਗਤੀ ਨੂੰ ਤੇਜ਼ ਕਰਨ ਲਈ ਢੋਲੀ ਢੋਲ ਨੂੰ ਤੇਜ਼ੀ ਨਾਲ ਵਜਾਉਂਦਾ ਹੈ ਅਤੇ ਵੱਖ-ਵੱਖ ਮੁਦਰਾਵਾਂ ਅਤੇ ਬੋਲੀਆਂ ਦਾ ਪ੍ਰਗਟਾਓ ਸੰਦਰਭ ਉਸਦੇ ਇਸ ਵੱਖ-ਵੱਖ ਅੰਦਾਜ਼ ਨਾਲ ਬਦਲਦਾ ਰਹਿੰਦਾ ਹੈ। ਭੰਗੜੇ ਦੀਆਂ ਮੁਦਰਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ? ਇਸ ਦਾ ਉੱਤਰ ਹੈ, ਭੰਗੜੇ ਦੀਆਂ ਕਈ ਮੁਦਰਾਵਾਂ ਹਨ। ਨਚਾਰ ਇਸ ਨੂੰ ਕਤਾਰਾਂ ਵਿੱਚ ਆਮੋ ਸਾਹਮਣੇ ਘੇਰੇ ਵਿੱਚ ਅੱਗੜ ਪਿੱਛੜ ਢੋਲੀ ਦੇ ਇਰਦ ਗਿਰਦ ਇੱਕ ਦੂਸਰੇ ਦੇ ਪੱਟਾਂ ਜਾਂ ਮੋਢਿਆਂ 'ਤੇ ਚੜ੍ਹ ਕੇ ਕਿਸੇ ਦਿਸ਼ਾ ਵੱਲ ਹੁਲਾਰੇ ਵਿੱਚ ਘੁੰਮਦੇ ਹੋਏ ਨੱਚ ਸਕਦੇ ਹਨ। ਮੁੱਖ ਰੂਪ ਵਿੱਚ ਇਹਨਾਂ ਮੁਦਰਾਵਾਂ ਦੀ ਉਤਪਤੀ ਅਤੇ ਵਿਕਾਸ ਖੇਤੀਬਾੜੀ ਨਾਲ ਸੰਬੰਧਿਤ ਸੰਦਾਂ ਅਤੇ ਧੰਦਿਆਂ ਵਿੱਚੋਂ ਹੋਇਆ ਹੈ।
ਇਸ ਦੇ ਵਿੱਚ ਇੱਕ ਪ੍ਰਚਲਿਤ ਬੋਲੀ ਦੱਸੀ ਗਈ ਹੈ, ਸਾਡੇ ਪਿੰਡ ਦੇ ਮੁੰਡੇ ਵੇਖ ਲਓ ਜਿਉ ਟਾਲੀ ਦੇ ਪਾਵੇ। ਇਹ ਜਿਹੜੀ ਬੋਲੀ ਸੀ ਉਹ ਪਹਿਲੇ ਵੀ ਇੱਕ ਪ੍ਰਸ਼ਨ ਦੇ ਵਿੱਚ ਆਈ ਹੈ, ਇਸ ਨੂੰ ਉੱਥੋਂ ਕਰ ਲਿਆ ਜੀ। ਅਗਲਾ ਪ੍ਰਸ਼ਨ ਹੈ, ਭੰਗੜੇ ਦੇ ਨਚਾਰਾਂ ਦੀ ਪੋਸ਼ਾਕ ਕਿਹੋ ਜਿਹੀ ਹੁੰਦੀ ਹੈ, ਯਾਨੀ ਕਿ ਜਿਹੜਾ ਭੰਗੜਾ ਪਾਉਂਦੇ ਹੈ ਉਹਨਾਂ ਦੇ ਕੱਪੜੇ ਕਿਹੋ ਜਿਹੇ ਹੁੰਦੇ ਹਨ। ਭੰਗੜੇ ਦੇ ਨਚਾਰਾਂ ਦੀ ਪੋਸ਼ਾਕ ਵੀ ਸਰਲ ਸਾਦੀ ਹੁੰਦੀ ਹੈ, ਜਿਸ ਵਿੱਚ ਪੱਗ, ਝੱਗਾ, ਚਾਦਰਾ ਅਤੇ ਆਮ ਪ੍ਰਚਲਿਤ ਹਨ। ਬੰਨਣ ਫੱਬਣ ਦੀ ਰੁਚੀ ਕਾਰਨ ਨਚਾਰ ਗਲੇ ਦੇ ਵਿੱਚ ਕੈਂਠਾ, ਬੁਗਤੀਆਂ ਅਤੇ ਕੰਨਾਂ ਵਿੱਚ ਮੁਰਕੀਆਂ ਆਦਿ ਨੂੰ ਬਿਨਾਂ ਕਿਸੇ ਉਚੇਚ ਦੇ ਪਹਿਨ ਲੈਂਦੇ ਹਨ, ਯਾਨੀ ਕਿ ਇਹਨਾਂ ਚੀਜ਼ਾਂ ਨੂੰ ਉਹ ਬਿਨਾਂ ਕਿਸੇ ਝਿਜਕ ਨਾਲ ਉਹ ਪਾ ਲੈਂਦੇ ਹਨ। ਝੂਮਰ ਨਾਚ ਦੀਆਂ ਤਾਲਾਂ ਬਾਰੇ ਦੱਸੋ, ਯਾਨੀ ਕਿ ਜਿਹੜਾ ਝੂਮਰ ਨਾਚ ਹੈ ਉਸ ਦੇ ਵਿੱਚ ਜਿਹੜੀ ਤਾਲ ਵੱਜਦੀ ਹੈ ਉਸ ਦੇ ਬਾਰੇ ਦੱਸਣਾ ਹੈ। ਇਸ ਦਾ ਉੱਤਰ ਆਵੇਗਾ, ਝੂਮਰ ਨਾਚ ਨੂੰ ਨੱਚਣ ਵਾਲੇ ਸਮੂਹਿਕ ਰੂਪ ਵਿੱਚ ਕਿਸੇ ਖੁੱਲ੍ਹੀ ਥਾਂ ਘੇਰੇ ਦੇ ਆਕਾਰ ਵਿੱਚ ਆਪਣੇ ਹਰਮਨ ਪਿਆਰੇ ਲੋਕ ਗੀਤ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਨ 'ਤੇ ਉੱਤੇ ਹੀ ਨਾਚ ਨੱਚਦੇ ਹਨ। ਇਹ ਨਾਚ 3 ਤਾਲਾਂ ਮੱਠੀ ਤਾਲ, ਤੇਜ਼ ਤਾਲ ਅਤੇ ਬਹੁਤ ਹੀ ਤੇਜ਼ ਤਾਲ ਉੱਤੇ ਨੱਚਿਆ ਜਾਂਦਾ ਹੈ। ਕਈ ਵਿਦਵਾਨ ਇਹਨਾਂ ਤਾਲਾਂ ਨੂੰ ਕ੍ਰਮਵਾਰ ਝੂਮਰ ਦੀ ਤਾਲ, ਚੀਨਾ ਛੜਨਾ ਅਤੇ ਧਮਾਲ ਵੀ ਆਖਦੇ ਹਨ। ਅਗਲਾ ਪ੍ਰਸ਼ਨ ਹੈ, ਲੁੱਡੀ ਕਿਹੋ ਜਿਹਾ ਨਾਚ ਹੈ। ਲੁੱਡੀ ਜਿਹੜਾ ਨਾਚ ਹੈ ਉਹ ਲਚਕ ਅਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਰਲ ਸਹਿਜ ਲੋਕ ਨਾਚ ਹੋਣ ਕਰਕੇ ਇਸ ਨੂੰ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਹੈ। ਇਸ ਲਈ ਢੋਲ ਤੇ ਤਾਲ ਦੀ ਜ਼ਰੂਰਤ ਨਹੀਂ ਮੰਨੀ ਜਾਂਦੀ। ਇਸ ਦੀਆਂ ਤਾਲਾਂ ਸਧਾਰਨ ਹੁੰਦੀਆਂ ਹਨ, ਜਿਨ੍ਹਾਂ ਨਾਲ ਨਚਾਰ ਜਿਹੜੇ ਹਨ ਉਹ ਆਪਣੀ ਮਰਜ਼ੀ ਨਾਲ ਮੁਦਰਾਵਾਂ ਜਿਹੜੀਆਂ ਉਹ ਪ੍ਰਗਟ ਕਰ ਲੈਂਦੇ ਹਨ। ਇਸ ਦੇ ਵਿੱਚ ਉਹ ਆਪਣੇ ਲੱਕ ਨੂੰ, ਮੋਢੇ ਨੂੰ ਹਿਲਾਉਂਦੇ ਘੇਰੇ ਦੇ ਅੰਦਰ ਢੋਲ ਦੇ ਤਾਲ ਨਾਲ ਤੁਰਦੇ ਰਹਿੰਦੇ ਹਨ। ਢੋਲੀ ਦੁਆਰਾ ਕੀਤੇ ਸੰਕੇਤ ਅਨੁਸਾਰ ਨਾਚ ਮੁਦਰਾ ਉਹ ਆਪਣੀ ਬਦਲ ਲੈਂਦੇ ਹਨ ਅਤੇ ਹਰ ਪਾਸੇ ਵੱਲ ਝੁੱਕ ਕੇ 3 ਤਾੜੀਆਂ ਮਾਰਦੇ ਹਨ। ਢੋਲ ਦੀ ਜਦੋਂ ਸੁਰ ਜਿਹੜੀ ਹੈ ਨੀਵੀਂ ਹੋ ਜਾਂਦੀ ਹੈ, ਥਾਪ ਨੀਵੀਂ ਹੋ ਜਾਂਦੀ ਹੈ, ਤਾਂ ਉਸ ਦੇ ਸੰਕੇਤ 'ਤੇ ਨਵੀਂ ਮੁਦਰਾ, ਯਾਨੀ ਕਿ ਨਵੇਂ ਤਰੀਕੇ ਦਾ ਉਹ ਮੁਦਰਾ ਬਣਾ ਕੇ ਉਹ ਨਾਚ ਨੂੰ ਉਹ ਪ੍ਰਗਟਾ ਕਰਨ ਕਰਕੇ ਨਚਾਰ ਜਿਹੜਾ ਹੈ ਉਹ ਪਹਿਲੀ ਸੱਜੀ ਬਾਂਹ 'ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਉਛਲਦੇ ਹਨ। ਇਸ ਪ੍ਰਕਾਰ ਨੱਚਦੇ ਨਚਾਰਾਂ ਦਾ ਮੋਢਾ, ਪੈਰ ਅਤੇ ਤਾੜੀ ਦੇ ਕਾਰਜ ਵਿੱਚ ਸਮਤਾ ਆ ਜਾਂਦੀ ਹੈ, ਯਾਨੀ ਕਿ ਇੱਕ ਰੂਪਤਾ ਆ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਮਰਦਾਂ ਦੇ ਗਿੱਧੇ ਦੀ ਵਿਸ਼ੇਸ਼ਤਾ ਕੀ ਹੈ। ਮਾਲਵੇ ਵਿੱਚ ਮਰਦਾਂ ਦਾ ਜਿਹੜਾ ਗਿੱਧਾ ਹੈ ਉਹ ਬਹੁਤ ਹੀ ਪ੍ਰਚਲਿਤ ਹੈ। ਇਸ ਨੂੰ ਚੋਬਰਾ ਜਾਂ ਗਿੱਧਾ ਜਾਂ ਮਲਵਈਆਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ। ਮਰਦਾਵੇਂ ਗਿੱਧੇ ਦੀ ਨਾਚਾਰ ਸਮੂਹ ਰੂਪ ਵਿੱਚ ਬੋਲੀਆਂ ਪਾਉਣ ਤੋਂ ਇਲਾਵਾ ਅਲਗੋਜੇ, ਢੋਲਕ, ਚਿਮਟੇ, ਬੁਗਦੂ, ਸੀਟੀ, ਗੜਵੇ, ਛੈਣੇ, ਬਾਲਟੀ ਆਦਿ ਇਹ ਸਾਜ਼ ਵਜਾਉਂਦੇ ਹਨ। ਇਸ ਲੋਕ ਨਾਚ ਵਿੱਚ ਨਾਚ ਵਰਗੀਆਂ ਮੁਦਰਾਵਾਂ ਘੱਟ ਅਤੇ ਲੰਮੀਆਂ ਬੋਲੀਆਂ ਦੀ ਭਰਮਾਰ ਬਹੁਤੀ ਹੁੰਦੀ ਹੈ। ਇਸ ਦੇ ਵਿੱਚ ਬੋਲਣ ਵਾਲਾ ਕੰਨ 'ਤੇ ਖੱਬਾ ਹੱਥ ਰੱਖ ਕੇ ਸੱਜੀ ਬਾਂਹ ਉਤਾਂਹ ਨੂੰ ਉਭਾਰ ਕੇ ਬੋਲੀ ਚੁੱਕਦਾ ਹੈ ਅਤੇ ਬੋਲੀ ਦੇ ਅੰਤਮ ਚਰਨ 'ਤੇ ਬਾਕੀ ਸਾਥੀ ਆਪ ਸਾਜ਼ ਵਜਾਉਂਦੇ ਹਨ। ਸਮੂਹ ਵਿੱਚ ਕੋਈ 2 ਜਣੇ ਅੱਗੇ ਨਿਕਲ ਕੇ ਪੱਬਾਂ ਭਾਰ ਹੁੰਦੇ ਹੋਏ ਸਰੀਰ ਦੇ ਉੱਪਰਲੇ ਧੜ ਨੂੰ ਹਰਕਤਾਂ ਵਿੱਚ ਲਿਆਉਂਦੇ ਹਨ। ਇਹ ਨਾਚ ਕਾਫੀ ਹਰਮਨ ਪਿਆਰਾ ਹੋ ਰਿਹਾ ਹੈ। ਇਸ ਤੋਂ ਬਾਅਦ ਹਨ ਕੁਝ ਬਹੁਵਿਕਲਪੀ ਪ੍ਰਸ਼ਨ। ਪੰਜਾਬ ਦੇ ਲੋਕ ਨਾਚ ਦੇ ਲੇਖਕ ਦਾ ਨਾਂ ਡਾਕਟਰ ਜਗੀਰ ਸਿੰਘ ਨੂਰ। ਡਾਕਟਰ ਜਗੀਰ ਸਿੰਘ ਨੂਰ ਦਾ ਲਿਖਿਆ ਹੋਇਆ ਲੇਖ ਕਿਹੜਾ ਹੈ? ਇਸ ਦਾ ਉੱਤਰ ਆਵੇਗਾ ਪੰਜਾਬ ਦੇ ਲੋਕ ਨਾਚ। ਬੱਚਿਓ, ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ।